ਇਹਨੂੰ ਜਾਂ ਤੇ ਦੇਖੋ ਸੰਗੀਤ ਦੀ ਦੁਨੀਆ ਨੂੰ ਸੰਗੀਤ ਤੱਕ ਸੀਮਿਤ ਰਹਿਣ, ਜੇ ਉਹਦੇ ਤੋੜ ਮਰੋੜ ਕੱਢੋਗੇ ਨਾ ਫਿਰ ਬਹੁਤ ਕੁਝ ਨਿਕਲਣਾ ਹੈ। ਸੰਗੀਤਕਾਰ ਦੀ, ਅਦਾਕਾਰ ਦੀ, ਕਲਾਕਾਰ ਦੀ ਦੁਨੀਆ ਵੱਖਰੀ ਹੁੰਦੀ, ਉਹਨੂੰ ਤੁਸੀਂ ਆਪਣੀ ਦੁਨੀਆ ਨਾਲ ਮਿਲੋ। ਜੇ ਉਹਦੀ ਆਪਣੀ ਦੁਨੀਆ ਨਾਲ ਮਿਲੋਗੇ ਤੇ ਤੁਸੀਂ ਕਿਸੇ ਕਲਾਕਾਰ ਨੂੰ ਐਕਸੈਪਟ ਹੀ ਨਹੀਂ ਕਰ ਸਕਦੇ। ਨਿੱਜੀ ਜ਼ਿੰਦਗੀ ਦੇ ਨਾਲ ਜੋੜ ਕੇ ਤੁਸੀਂ ਦੇਖਣ ਲੱਗ ਜਾਓਗੇ ਤੇ ਫਿਰ ਤੇ ਤੁਸੀਂ ਜਿਹਨੂੰ ਮਰਜ਼ੀ ਸਵੇਰੇ ਨੋਟਿਸ ਭੇਜ ਦਿਓ। ਭਗਵੰਤ ਮਾਨ ਉਹਨਾਂ ਦੀਆਂ ਤੁਸੀਂ ਸਕ੍ਰਿਪਟ ਕੱਢ ਕੇ ਵੇਖ ਲਓ, ਕਿੰਨੇ ਉਹਨਾਂ ਨੇ ਮਤਲਬ ਪੋਲੀਟੀਕਲ ਬੰਦਿਆਂ ਤੇ ਕੀ ਕੁਝ ਬਣਾਇਆ। ਅੱਜ ਆਪ ਉਹ ਮੁੱਖ ਮੰਤਰੀ ਬਣ ਗਏ। ਅਸੀਂ ਤਾਂ ਪਹਿਲਾਂ ਕਹਿੰਦੇ ਕਿ ਸੁਪਰ ਸੀਐਮ ਇਹਨੇ ਬਣਨਾ ਹੈ, ਇਹ ਰਿਮੋਟ ਨਾਲ ਚਲਾਊਗਾ ਪੰਜਾਬ। ਮਾਨ ਸਾਹਿਬ ਕਹਿ ਰਹੇ ਆ ਕਿ ਤੁਸੀਂ ਮੈਨੂੰ 2 ਮਹੀਨੇ ਟਾਈਮ ਦਿਓ, ਤੇ ਮਾਨ ਸਾਹਿਬ ਉਦੋਂ ਤੇ ਕਹਿੰਦੇ ਆਪਾਂ 1 ਦਿਨ 'ਚ ਠੀਕ ਕਰ ਦੇਣਾ ਪੰਜਾਬ। ਜਿੱਤ ਗਿਆ ਕੌਣ ਤੇ ਹਾਰ ਗਿਆ ਕੌਣ, ਤੁਸੀਂ ਦੱਸੋ ਲੋਕੋ, ਗੱਦਾਰ ਕੌਣ। ਸਿੱਧੂ ਮੂਸੇਵਾਲੇ ਦਾ ਜਿਹੜਾ ਗਾਣਾ ਹੈ ਬੜਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ, ਲੇਕਿਨ ਕਿਤੇ ਨਾ ਕਿਤੇ ਸਿਆਸਤ 'ਚ ਗਰਮੀ ਜਿਹੜਾ ਇਹ ਗਾਣਾ ਪਾ ਰਿਹਾ। ਇਹ ਸ਼ਬਦ ਜਿਹੜੇ ਨੇ ਪਾ ਰਹੇ ਨੇ ਗੱਦਾਰ ਕਿਸ ਨੂੰ ਕਿਹਾ ਜਾ ਰਿਹਾ। ਕੁਝ ਲੋਕ ਕਹਿ ਰਹੇ ਨੇ ਕਿ ਲੋਕਾਂ ਨੂੰ ਕਿਹਾ ਜਾ ਰਿਹਾ, ਉਹਨਾਂ ਵੋਟਰਸ ਨੂੰ ਕਿਹਾ ਜਾ ਰਿਹਾ, ਤੇ ਕੁਝ ਕਹਿ ਰਹੇ ਨੇ ਕਿ ਸਿਆਸਤਦਾਨਾਂ ਨੂੰ ਕਿਹਾ ਜਾ ਰਿਹਾ। ਲੇਕਿਨ ਇਹ ਸਵਾਲ ਕਾਂਗਰਸ ਦੇ ਆਗੂਆਂ ਦੇ ਨਾਲ ਹੀ ਲਊਂਗਾ। ਸਾਡੇ ਨਾਲ ਗੁਰਜੀਤ ਸਿੰਘ ਔਜਲਾ ਮੌਜੂਦ ਨੇ, ਅੰਮ੍ਰਿਤਸਰ ਦੇ ਸਾਂਸਦ ਨੇ। ਔਜਲਾ ਸਾਹਿਬ, ਇਸ ਬਿਆਨ ਨੂੰ, ਇਸ ਗਾਣੇ ਨੂੰ ਕਿੱਦਾਂ ਸਮਝਦੇ ਹੋ? ਜਿੱਤ ਗਿਆ ਕੌਣ ਤੇ ਹਾਰ ਗਿਆ ਕੌਣ, ਤੁਸੀਂ ਦੱਸੋ ਲੋਕੋ, ਗੱਦਾਰ ਕੌਣ? ਮਤਲਬ ਗੱਦਾਰ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਹਰਾਤਾ? ਦੇਖੋ, ਇੱਕ ਨਹੀਂ ਬਹੁਤ ਅਨੇਕਾਂ ਗਾਣੇ ਇੱਦਾਂ ਬਣਦੇ ਨੇ, ਔਰ ਸੰਗੀਤਕਾਰ ਜਿਹੜੇ ਨੇ ਜਾਂ ਜਿਹੜੇ ਕਲਾਕਾਰ ਨੇ ਜਾਂ ਜਿਹੜੇ ਲੇਖਕ ਨੇ, ਉਹ ਹੁਣ ਕਿਸ ਸੰਦਰਭ 'ਚ ਗੱਲ ਕਹਿ ਰਹੇ ਨੇ, ਕਿਉਂਕਿ ਇੱਕ ਨਹੀਂ ਅਨੇਕਾਂ ਮਤਲਬ ਸੰਗੀਤ ਬਣਦੇ ਨੇ। ਉਹ ਤਾਂ ਹੁਣ ਉਹ ਦੱਸਦੇ ਵੀ ਕਿਸ ਸੰਦਰਭ 'ਚ ਗੱਲ ਕਿ ਹੁਣ ਉਹਨੂੰ ਜੇ ਦੇਖੋ, ਹੁਣ ਤੇ ਉਹ ਜਿਵੇਂ ਹੁਣ ਗਲਾਸ 'ਚ ਅੱਧਾ ਗਲਾਸ ਪਾਣੀ ਵਾਲਾ ਹੋਵੇ, ਕੋਈ ਕਹਿੰਦਾ ਜੀ ਅੱਧਾ ਗਲਾਸ ਭਰਿਆ ਤੇ ਕੋਈ ਕਹਿੰਦਾ ਜੀ ਅੱਧਾ ਗਲਾਸ ਖਾਲੀ ਹੈ। ਇਹਦੇ ਤਰੀਕਾ ਹੈ ਆਪਣਾ, ਹੁਣ ਕਿਸ ਤਰੀਕੇ ਨਾਲ ਕਿਹਨੇ ਸੋਚਣਾ ਹੈ। ਬਟ ਤੁਸੀਂ ਜ਼ਿਕਰ ਕੀਤਾ ਜਾ ਰਿਹਾ ਕਿ ਤੁਸੀਂ ਕਹਿੰਦੇ ਸੀ ਕਿ ਮੈਂ ਪਾਰਟੀ ਗਲਤ ਚੁਣ ਲਈ, ਲੇਕਿਨ ਪਾਰਟੀ ਵੀ ਮੈਂ ਸਹੀ ਚੁਣੀ ਹੈ। ਕਿਤੇ ਨਾ ਕਿਤੇ ਉਹ ਚੀਜ਼ਾਂ ਕੀਆਂ ਜਾ ਰਹੀਆਂ ਨੇ। ਸਿਮਰਨਜੀਤ ਸਿੰਘ ਮਾਨ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ, ਉਹ ਹੋਰ ਕਈ ਨਾਮਾਂ ਦਾ ਜ਼ਿਕਰ ਕੀਤਾ ਜਾ ਰਿਹਾ। ਮਤਲਬ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਗਾਣਾ ਬਣਾਇਆ ਗਿਆ ਉਸ ਦੇ ਉੱਪਰ, ਔਰ ਲੋਕਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈ ਸਾਫ਼ ਤੌਰ ਤੇ ਜਿਹੜਾ ਨਿਸ਼ਾਨਾ ਲਿੱਤਾ ਜਾ ਰਿਹਾ ਕਿ ਗੱਦਾਰ ਤੁਸੀਂ। ਦੇਖੋ, ਮੈਂ ਗਾਣਾ ਪੂਰਾ ਸੁਣਿਆ ਨਹੀਂ, ਮੈਂ ਤਾਂ ਤੁਹਾਡੇ ਮੀਡੀਆ ਰਾਹੀਂ ਤੁਸੀਂ ਮੈਨੂੰ ਜਿਹੜੀ ਗੱਲ ਪੁੱਛ ਰਹੇ, ਮੈਂ ਤਾਂ ਇੱਕ ਕਲਾਕਾਰ ਦੇ, ਉਹਦੇ ਕਲਾਕਾਰ ਹੋਣ ਦੇ ਕਾਰਨ, ਔਰ ਇੱਕ ਜਿਹੜਾ ਲੇਖਕ ਹੈ ਮੈਂ ਉਹਦੀ ਗੱਲ ਤੁਹਾਨੂੰ ਤਾਂ ਕਹਿ ਸਕਦਾ। ਉਹਨਾਂ ਕਿਸ ਸੰਦਰਭ 'ਚ ਲਿਖਿਆ ਹੈ, ਉਹਨਾਂ ਨੇ ਕੀ ਪੰਜਾਬ ਦੇ ਸੰਦਰਭ 'ਚ ਲਿਖਿਆ ਹੈ, ਕਿ ਉਹਨਾਂ ਕਈ ਗਾਣੇ ਬਣਦੇ ਨੇ, ਇੱਕ ਨਹੀਂ ਅਨੇਕਾਂ ਗਾਣੇ ਬਣਦੇ ਨੇ। ਅਨੇਕਾਂ ਜਿਹੜੇ ਪੋਲੀਟੀਕਲ ਬੰਦੇ ਆ, ਹੁਣ ਤੁਸੀਂ ਭਗਵੰਤ ਮਾਨ ਉਹਨਾਂ ਦੀਆਂ ਤੁਸੀਂ ਸਕ੍ਰਿਪਟ ਕੱਢ ਕੇ ਵੇਖ ਲਓ, ਕਿੰਨੇ ਉਹਨਾਂ ਨੇ ਮਤਲਬ ਪੋਲੀਟੀਕਲ ਬੰਦਿਆਂ ਤੇ ਕੀ ਕੁਝ ਬਣਾਇਆ। ਤੇ ਅੱਜ ਆਪ ਉਹ ਮੁੱਖ ਮੰਤਰੀ ਬਣ ਗਏ। ਉਹ ਕਹਿੰਦੇ ਇਹ ਤੋਂ ਮਾੜਾ ਫੀਲਡ ਹੀ ਕੋਈ ਨਹੀਂ। ਜੇ ਉਹਨਾਂ ਨੂੰ ਤੁਸੀਂ ਦੇਖੋ, ਜਿਹੜਾ ਭਗਵੰਤ ਮਾਨ ਉਹਨਾਂ ਦੀਆਂ, ਜੇ ਤੁਸੀਂ ਪੁਰਾਣੀਆਂ ਸਕ੍ਰਿਪਟ ਕੱਢ ਕੇ ਦੇਖ ਲਓ, ਜਿਹੜੀ ਉਹਨਾਂ ਦੀ ਜਿਹੜੀ ਆਪਣਾ ਉਹ ਕਮੇਡੀ ਕਰਦੇ ਆ, ਉਹ 'ਚ ਤਾਂ ਪੋਲੀਟੀਕਲ ਬੰਦਾ ਸਭ ਤੋਂ ਗੰਦਾ ਹੀ ਗਿਣਿਆ ਗਿਆ। ਤੇ ਭਗਵੰਤ ਮਾਨ ਹੁਣੀ ਅੱਜ ਕਿਉਂ ਬਣ ਗਏ? ਫਿਰ ਇਹ ਚੀਜ਼ਾਂ ਦੇ ਜਦੋਂ ਕਲਾਕਾਰ ਹੈ ਉਹ ਤੇ ਆਪਣੇ ਲਹਿ 'ਚ ਗੱਲ ਕਰਦਾ ਆ। ਪਰ ਸਿੱਧੂ ਮੂਸੇਵਾਲਾ ਤਾਂ ਸਾਫ਼ ਤੌਰ ਤੇ ਹਾਰਨ ਤੋਂ ਬਾਅਦ ਇਹ ਜ਼ਿਕਰ ਕਰ ਰਿਹਾ ਨਾ, ਉਸ 'ਚ ਜ਼ਿਕਰ ਵੀ ਕਰ ਰਿਹਾ, ਪਾਰਟੀ ਦਾ ਜ਼ਿਕਰ ਕਰ ਰਿਹਾ, ਦੋਨਾਂ ਨਾਮਾਂ ਦਾ ਜ਼ਿਕਰ ਕਰ ਰਿਹਾ, ਔਰ ਸਾਰਾ ਕੁਝ ਜ਼ਿਕਰ ਹੋ ਰਿਹਾ। ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਭਾਰੀ ਕਾਂਗਰਸ ਨੂੰ ਵੀ ਪੈ ਸਕਦਾ, ਕਿਉਂਕਿ ਜਿਸ ਤਰੀਕੇ ਨਾਲ ਬਿਆਨਬਾਜ਼ੀ ਕਾਂਗਰਸ ਨੂੰ ਭਾਰੀ ਪੈ ਰਹੀ ਹੈ। ਦੇਖੋ, ਇਹ ਜੀ ਕੋਈ ਗੱਲ ਨਹੀਂ ਹੈਗੀ, ਇਹ ਤੇ ਐਵੇਂ ਗੱਲਾਂ ਹੀ ਨੇ ਆਪਣੇ ਮਨ ਦੀਆਂ। ਮੈਂ ਤਾਂ ਇਹ ਕਹਿ ਰਿਹਾ ਕਿ ਭਗਵੰਤ ਮਾਨ ਉਹਨਾਂ ਦੀ ਫਿਰ ਸਭ ਤੋਂ ਭਾਰੀ ਹੋਣੀ ਚਾਹੀਦੀ ਹੈ। ਉਹ ਕਿਉਂ ਉਹਨਾਂ ਕੋਈ ਫੀਲਡ ਚੁਣਿਆ? ਉਹ ਤਾਂ ਕਹਿੰਦੇ ਗੰਦਾ ਫੀਲਡ ਹੈ ਸਭ ਤੋਂ, ਇਹਦੇ ਨਾਲ ਦਾ ਮਾੜਾ ਫੀਲਡ ਹੀ ਕੋਈ ਨਹੀਂ। ਅੱਜ ਉਹ ਇਸ ਫੀਲਡ 'ਚ ਆਏ ਨੇ, ਉਹ ਕਿਉਂ ਆਏ ਨੇ? ਕੀ ਉਹ ਦੱਸ ਸਕਦੇ ਵੀ ਉਹ ਗੰਦੇ ਕੌਣ ਸੀ ਜਿਨ੍ਹਾਂ ਨੂੰ ਉਹ ਕਹਿੰਦੇ ਸੀ? ਅੱਜ ਚੰਗੇ ਕਿੰਨੇ ਕੁ ਨੇ? ਅੱਜ ਜਿਹੜੇ ਚੰਗੇ ਚੁਣ ਕੇ ਆਏ ਨੇ, ਉਹ ਫੀਲਡ 'ਚ ਜਾ ਕੇ ਤੁਸੀਂ ਉਹਨਾਂ ਬਾਰੇ ਪੁੱਛ ਲਓ ਵੀ ਕੀ ਕੁਝ ਹੋ ਰਿਹਾ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਜਾਂ ਤੇ ਬੰਦਾ, ਜਾਂ ਤੇ ਦੇਖੋ ਜਿਹੜੇ ਬੰਦੇ ਅੱਜ ਉਂਗਲਾਂ ਚੁੱਕ ਰਹੇ, ਇਹਨੂੰ ਜਾਂ ਤੇ ਦੇਖੋ ਸੰਗੀਤ ਦੀ ਦੁਨੀਆ ਨੂੰ ਸੰਗੀਤ ਤੱਕ ਸੀਮਿਤ ਰਹਿਣ ਦਿਓ। ਜੇ ਉਹਦੇ ਤੋੜ ਮਰੋੜ ਕੱਢੋਗੇ ਨਾ ਫਿਰ ਬਹੁਤ ਕੁਝ ਨਿਕਲਣਾ ਹੈ। ਆਮ ਆਦਮੀ ਪਾਰਟੀ ਲਗਾਤਾਰ ਮਤਲਬ ਟਵੀਟ ਹੋ ਰਹੇ ਨੇ, ਲਗਾਤਾਰ ਨੌਜਵਾਨ ਵੀ ਐਮਐਲਏ ਜਿਹੜੇ ਨੇ ਉਹ ਟਵੀਟ ਕਰ ਰਹੇ ਨੇ ਕਿ ਇਹ ਜਿਹੜੇ ਸਿੱਧੂ ਨੂੰ ਆਪਣੀ ਸ਼ਬਦਾਵਲੀ ਯੂਜ਼ ਕਰਨੀ ਠੀਕ ਕਰਨੀ ਚਾਹੀਦੀ ਹੈ, ਕਿ ਜਿਹੜੀ ਸ਼ਬਦਾਵਲੀ ਇਸ ਤਰੀਕੇ ਦੀ ਨਾਲ ਨਹੀਂ ਬੋਲਣਾ ਚਾਹੀਦਾ। ਔਰ ਲੋਕਾਂ ਨੂੰ ਗੱਦਾਰ ਕਿਉਂ ਕਿਹਾ ਜਾ ਰਿਹਾ ਜਦੋਂ ਲੋਕਾਂ ਨੇ ਫੈਸਲਾ ਲੈਤਾ? ਇੱਕ ਜਗ੍ਹਾ ਕਾਂਗਰਸ ਦੇ ਆਗੂ ਸਵਾਗਤ ਕਰ ਰਹੇ ਨੇ ਇਸ ਫੈਸਲੇ ਦਾ ਕਿ ਲੋਕਾਂ ਦਾ ਫੈਸਲਾ ਸੀ ਕਿ ਲੋਕਾਂ ਨੇ ਜਿਤਾ ਕੇ ਨਵੇਂ ਐਮਐਲਏ ਭੇਜੇ, ਲੇਕਿਨ ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਗੱਦਾਰ ਕਹਿਣਾ। ਦੇਖੋ, ਡੈਮੋਕ੍ਰੇਸੀ ਦੇ ਵਿੱਚ ਕੋਈ ਵੀ ਬੰਦਾ ਇਹਨੂੰ ਗਲਤ ਨਹੀਂ ਕਹਿ ਸਕਦਾ। ਜਿਹੜਾ ਬੰਦਾ ਸੰਵਿਧਾਨ 'ਚ ਯਕੀਨ ਰੱਖਦਾ, ਜਿਹੜਾ ਬੰਦਾ ਇਸ ਭਾਵਨਾ ਨਾਲ ਦੇਖਦਾ ਹੈ। ਮੈਂ ਤੁਹਾਨੂੰ ਫਿਰ ਕਹਿ ਰਿਹਾ, ਸੰਗੀਤਕਾਰ ਦੀ, ਅਦਾਕਾਰ ਦੀ, ਕਲਾਕਾਰ ਦੀ ਦੁਨੀਆ ਵੱਖਰੀ ਹੁੰਦੀ ਹੈ, ਉਹਨੂੰ ਤੁਸੀਂ ਆਪਣੀ ਦੁਨੀਆ ਨਾਲ ਮਿਲੋ। ਜੇ ਉਹਦੀ ਆਪਣੀ ਦੁਨੀਆ ਨਾਲ ਮਿਲੋਗੇ ਤੇ ਤੁਸੀਂ ਕਿਸੇ ਕਲਾਕਾਰ ਨੂੰ ਐਕਸੈਪਟ ਹੀ ਨਹੀਂ ਕਰ ਸਕਦੇ। ਹਰ ਪਿਕਚਰ ਦੇ ਵਿੱਚ ਪੋਲੀਟੀਕਲ ਬੰਦੇ ਨੂੰ ਕਿੱਦਾਂ ਦਿਖਾਇਆ ਜਾਂਦਾ, ਹਰ ਪਿਕਚਰ ਦੇ ਵਿੱਚ ਕਈ ਵਾਰ ਜਿਹੜੀ ਪਬਲਿਕ ਹੈ ਉਹਨੂੰ ਕਿਸ ਤਰੀਕੇ ਨਾਲ ਦਿਖਾਇਆ ਜਾਂਦਾ, ਕਿ ਉਸ ਤਰ੍ਹਾਂ ਦਾ ਸਾਰਾ ਕੁਝ ਥੋੜ੍ਹਾ ਹੁੰਦਾ ਹੈ। ਮੈਂ ਤਾਂ ਤੁਹਾਨੂੰ ਫਿਰ ਕਹਿੰਦਾ ਕਿ ਜਿਹੜੇ ਕਲਾਕਾਰ ਨੇ, ਕਈ ਕਲਾਕਾਰ ਰਾਜਨੀਤੀ 'ਚ ਆਏ ਨੇ, ਪਰ ਜਦੋਂ ਉਹਨਾਂ ਦਾ ਆਪਣਾ ਪਾਸਟ ਦੇਖੋਗੇ ਤੇ ਪਾਸਟ ਦੇ ਵਿੱਚ ਬਹੁਤ ਕੁਝ ਉਹਨਾਂ ਰਾਜਨੀਤੀ ਦੇ ਅਗੇਂਸਟ ਕੀਤਾ ਹੁੰਦਾ, ਵੀ ਰਾਜਨੀਤੀ ਨਾਲ ਦਾ ਗੰਦਾ ਬੰਦਾ ਹੀ ਕੋਈ ਨਹੀਂ, ਮਾੜੇ ਬੰਦੇ ਕੋਈ ਨਹੀਂ ਗੇ। ਫਿਰ ਉਸੇ 'ਚ ਹੀ ਉਹ ਆਉਂਦੇ ਨੇ। ਫਿਰ ਉਹ ਕਿਹਨੂੰ ਮਾੜਾ ਚੰਗਾ ਕਰਦੇ ਰਹੇ ਸੀ, ਜਾਂ ਉਹ ਅੱਜ ਮਾੜੇ ਚੰਗੇ ਹੋ ਗਏ ਨੇ, ਜਾਂ ਜੋ ਉਹ ਮਾੜਿਆਂ 'ਚ ਆ ਗਏ ਨੇ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਜਦੋਂ ਮਤਲਬ ਕੱਢੋਗੇ, ਕਲਾਕਾਰ ਦਾ, ਲੇਖਕ ਨੂੰ ਆਪਣੇ ਨਿੱਜੀ ਜ਼ਿੰਦਗੀ ਦੇ ਨਾਲ ਜੋੜ ਕੇ ਤੁਸੀਂ ਦੇਖਣ ਲੱਗ ਜਾਓਗੇ, ਤੇ ਫਿਰ ਤੇ ਤੁਸੀਂ ਜਿਹਨੂੰ ਮਰਜ਼ੀ ਸਵੇਰੇ ਨੋਟਿਸ ਭੇਜ ਦਿਓ। ਕਾਂਗਰਸ ਦੇ ਨਵੇਂ ਪ੍ਰਧਾਨ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਨੇ ਸਾਫ਼ ਤੌਰ ਤੇ, ਕਿਉਂਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਿੱਚ ਸਭ ਕੁਝ ਖਿਲ ਰਿਹਾ ਪਿਆ ਸੀ,
ਬਿਆਨਬਾਜ਼ੀਆਂ ਹੋ ਰਹੀ ਸੀ, ਇੱਕ ਦੂਜੇ ਨੂੰ ਲੈ ਕੇ ਲੀਡਰ ਬਿਆਨ ਕਰ ਰਹੇ ਸੀ। ਸੁਰਜੀਤ ਸਿੰਘ ਧੀਮਾਨ ਦਾ ਬਿਆਨ ਆਉਂਦਾ ਹੈ ਔਰ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਸੁਨੀਲ ਜਾਖੜ ਦੇ ਉਸ ਬਿਆਨ ਦੇ ਉੱਪਰ ਕਾਰਵਾਈ ਹੁੰਦੀ ਹੈ। ਮੰਨਦੇ ਹੋ ਨਵੀਂ ਪ੍ਰਧਾਨਗੀ ਮਿਲੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ, ਤੇ ਉਹ ਰਫ਼ਤਾਰ ਦੇ ਨਾਲ ਚੱਲੂਗੀ ਔਰ ਕਿਤੇ ਨਾ ਕਿਤੇ ਉਹ ਛਵੀ ਜਿਹੜੀ ਕਾਂਗਰਸ ਦੀ ਹੁਣ ਪੰਜਾਬ ਦੇ ਵਿੱਚ ਬਣੀ ਹੋਈ ਹੈ ਉਹਨੂੰ ਸਾਫ਼ ਕਰਨ 'ਚ ਕਿਤੇ ਨਾ ਕਿਤੇ ਸਾਥ ਦੇਣਗੇ। ਦੇਖੋ, ਕੋਈ ਵੀ ਅਦਾਰਾ ਹੈ, ਚਾਹੇ ਰਾਜਨੀਤੀ ਦੀ ਪਾਰਟੀ 'ਚ ਹੋਵੇ ਚਾਹੇ ਘਰ 'ਚ ਹੋਵੇ, ਡਿਸਪਲਿਨ ਤੇ ਹੋਣਾ ਬੜਾ ਜ਼ਰੂਰੀ ਹੈ। ਸੋ ਡਿਸਪਲਿਨ ਤੁਸੀਂ ਖਰਾਬ ਕਰੋਗੇ ਤੇ ਫਿਰ ਉਹਦਾ ਨੁਕਸਾਨ ਤੇ ਹੋਏਗਾ ਹੀ। ਔਰ ਜੇ ਧਮਾਨ ਸਾਹਿਬ ਨੂੰ ਉਹਨਾਂ ਨੇ ਬਾਹਰ ਕੀਤਾ ਹੈ ਤਾਂ ਇੱਕ ਡਿਸਪਲਿਨ ਸੀ। ਜੇ ਉਹਨਾਂ ਨੂੰ ਕੋਈ ਉਹਦੇ ਨਾਲ ਕੋਈ ਪ੍ਰੋਬਲਮ ਸੀ ਤਾਂ ਹਾਈ ਕਮਾਂਡ ਨਾਲ ਗੱਲ ਕਰ ਸਕਦੇ ਆ। ਤੁਸੀਂ ਮੀਡੀਆ 'ਚ ਜਾ ਕੇ ਉਹੀ ਕੁਝ ਤਾਂ ਅੱਗੇ ਹੁੰਦਾ ਰਿਹਾ ਇਲੈਕਸ਼ਨ ਸਾਰੀ 'ਚ, ਇਹੀ ਕੁਝ ਤਾਂ ਚੱਲਦਾ ਰਿਹਾ ਤੇ ਉਹੀ ਹੁਣ ਫਿਰ ਦੁਬਾਰਾ ਸ਼ੁਰੂ ਹੋ ਜਾਊਗਾ ਤਾਂ ਫਿਰ ਫਰਕ ਹੀ ਰਹੂ। ਫਿਰ ਪਾਰਟੀ ਕਿੱਥੇ ਰਹਿ ਗਈ? ਪਾਰਟੀ ਦੇ ਵਿੱਚ ਡਿਸਪਲਿਨ ਹੋਣਾ ਬਹੁਤ ਜ਼ਰੂਰੀ ਹੈ ਔਰ ਸਖਤ ਫੈਸਲੇ ਹੋਣੇ ਚਾਹੀਦੇ, ਚਾਹੇ ਗੁਰਜੀਤ ਔਜਲਾ ਹੀ ਕਿਉਂ ਨਾ ਕੋਈ ਹੋਵੇ। ਜੇ ਮੈਂ ਕੋਈ ਇਹੋ ਜਿਹਾ ਡਿਸਪਲਿਨ ਪੈਦਾ ਕਰਦਾ ਜਿਹਦੇ ਨਾਲ ਪਾਰਟੀ ਨੂੰ ਢਾਹ ਲੱਗਦੀ, ਜਾਂ ਜਿਹਦੀ ਪਾਰਟੀ ਦੀ ਆਈਡੀਓਲੋਜੀ ਨੂੰ ਢਾਹ ਲੱਗਦੀ ਹੈ, ਜਾਂ ਵਰਕਰ ਦਾ ਮਨ ਦੁਖੀ ਹੁੰਦਾ, ਜਾਂ ਕਿਸੇ ਲੀਡਰ ਦੇ ਉੱਤੇ ਦੂਸ਼ਣਬਾਜ਼ੀ ਹੁੰਦੀ ਹੈ, ਤੇ ਮੇਰੇ ਤੇ ਵੀ ਉਹੀ ਕੁਝ ਹੋਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਬਿਆਨ ਕਰ ਰਹੇ ਸੀ, ਕਿਉਂਕਿ ਸਭ ਤੋਂ ਜ਼ਿਆਦਾ ਚਰਚਾ 'ਚ ਉਹ ਸੀ, ਜੇ ਉਹਨਾਂ ਦੇ ਬਿਆਨ ਇਸ ਤਰੀਕੇ ਨਾਲ ਚੱਲ ਰਹੇ ਸੀ, ਲੱਗਦਾ ਹੈ ਕਿ ਹੁਣ ਜਿਹਦੇ ਬਿਆਨ ਹੋਣਗੇ ਉਹਨਾਂ ਤੇ ਕਾਰਵਾਈ ਹੋਊਗੀ। ਉਹ ਤਾਂ ਉਹਨਾਂ ਕਹਿ ਹੀ ਦਿੱਤਾ, ਉਹਦੇ ਹਾਈ ਕਮਾਂਡ ਨੇ ਕਹਿ ਦਿੱਤਾ ਕਿ ਜਿਹੜਾ ਵੀ ਕੋਈ ਬਿਆਨ ਦੇਗਾ ਉੱਤੇ ਕਾਰਵਾਈ ਹੋਊਗੀ। ਬਾਕੀ ਨਵਜੋਤ ਸਿੱਧੂ ਵਾਲਾ ਹੁਣ ਨਵੇਂ ਪ੍ਰਧਾਨ ਬਣ ਗਏ ਨੇ ਅਮਰਿੰਦਰ ਰਾਜਾ ਵੜਿੰਗ, ਹੁਣ ਤੇ ਅਗਲੀ ਅਧਿਆਏ ਦੀ ਸ਼ੁਰੂਆਤ ਕਰਨੀ ਚਾਹੀਦੀ ਆ। ਜੋ ਪਿੱਛੇ ਹੋ ਗਿਆ ਉਹਦੇ 'ਚ ਸਾਨੂੰ ਤੇ ਪਬਲਿਕ ਨੇ ਸਾਡੀਆਂ ਝੋਲੀਆਂ ਭਰਤੀਆਂ, ਜੋ ਵੀ ਉਹਨਾਂ ਨੇ ਕਰਨਾ ਸੀ ਉਹ ਤੇ ਉਹਨਾਂ ਤੋੜ ਦਿੱਤਾ ਹੈ। ਹੁਣ ਤੇ ਨਵੀਂ ਜਿਹੜੀ ਰਾਜਨੀਤੀ ਆ, ਨਵਾਂ ਜਿਹੜਾ ਅਗਲਾ ਇਹਨਾਂ ਨੂੰ ਹੁਣ ਪੰਜਾਬ ਪ੍ਰਤੀ ਜਵਾਬਦੇਹ ਬਣਾਉਣਾ ਹੈ, ਉਹਦੀਆਂ ਜ਼ਿੰਮੇਵਾਰੀਆਂ ਨੇ ਉਹ ਕਰਾਂਗੇ। ਪਹਿਲਾਂ ਕਹਿੰਦੇ ਸੀ ਕਿ ਜਿਹੜੀ ਸਰਕਾਰ ਆ ਉਹ ਦਿੱਲੀ ਤੋਂ ਚੱਲੂਗੀ, ਹੁਣ ਲਗਾਤਾਰ ਜਿਹੜੀ ਅੱਜ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਮੀਟਿੰਗ ਜਿਹੜੀ ਅਰਵਿੰਦ ਕੇਜਰੀਵਾਲ ਲੈ ਰਹੇ ਨੇ, ਅਫਸਰਾਂ ਦੀ, ਪੰਜਾਬ ਦੇ ਅਫਸਰਾਂ ਦੀ ਮੀਟਿੰਗ ਹੋ ਰਹੀ ਹੈ, ਉਸ ਨੂੰ ਕਿਸ ਤਰੀਕੇ ਦੇ ਨਾਲ ਵੇਖ ਰਹੇ? ਬਹੁਤ ਗੈਰ ਸੰਵਿਧਾਨਿਕ ਆ ਔਰ ਬੜੇ ਦੁੱਖ ਲੱਗਾ ਆ ਕਿ ਐਡਾ ਸੁਪਰ ਸੀਐਮ, ਮਤਲਬ ਅਸੀਂ ਤਾਂ ਪਹਿਲਾਂ ਕਹਿੰਦੇ ਕਿ ਸੁਪਰ ਸੀਐਮ ਇਹਨੇ ਬਣਨਾ ਹੈ, ਇਹ ਰਿਮੋਟ ਨਾਲ ਚਲਾਊਗਾ ਪੰਜਾਬ, ਮਾਨ ਸਾਹਿਬ ਨੂੰ ਰਿਮੋਟ ਨਾਲ ਚਲਾਊਗਾ। ਬਹੁਤ ਦੁੱਖ ਲੱਗਾ ਕਿ ਭਗਵੰਤ ਮਾਨ ਨੂੰ ਇੰਨੇ ਕਾਬਲ ਹੀ ਨਹੀਂ, ਜੇ ਤਾਂ ਉਹਨਾਂ ਨੂੰ ਕੰਮ ਤੇ ਕਰਕੇ ਦੇਖ ਲੈਣ ਦਿਓ। ਤੁਸੀਂ ਪਹਿਲਾਂ ਹੀ ਉਹ 'ਚ ਇੰਟਰਫੇਅਰ ਸ਼ੁਰੂ ਕਰ ਦਿੱਤਾ। ਤੁਸੀਂ ਇਹਨਾਂ ਨੇ ਜਦੋਂ ਐਮਪੀ ਲਾਏ ਸੀ ਨਾ, ਬਾਹਰੋਂ 2 ਜਿਹੜੇ ਲਿਆ ਕੇ ਲਾਏ ਪੰਜਾਬ ਤੇ, ਉਹ ਬੜਾ ਕੁਝ ਕਲੀਅਰ ਹੈ ਮੈਸੇਜ ਉਹਨਾਂ ਦਾ। ਮੈਨੂੰ ਤਾਂ ਇੱਥੋਂ ਤੱਕ ਪਤਾ ਹੈ ਕਿ ਕੁਝ ਜਿਹੜੇ ਘਰਾਂ ਦੀ ਅਲਾਟਮੈਂਟ ਵੀ ਆ, ਉਹ ਵੀ ਰਾਘਵ ਚੱਡੇ ਹੁਣਾਂ ਡਿਸਾਈਡ ਕੀਤਾ ਵੀ ਕਿਹੜਾ ਘਰ ਕਿਹਨੂੰ ਮਿਲੂਗਾ, ਕਿਹੜਾ ਕਿਹਨੂੰ ਮਿਲੂਗਾ। ਇੱਥੋਂ ਤੱਕ ਮਤਲਬ ਉਹਨਾਂ ਦੀ ਦਖਲਅੰਦਾਜ਼ੀ ਹੈ। ਕਿਉਂਕਿ ਦਿੱਲੀ ਦੇ ਵਿੱਚ ਬਹੁਤ ਦਖਲਅੰਦਾਜ਼ੀ ਜਿਹੜੀ ਉਹ ਕੀਤੀ ਜਾ ਰਹੀ ਪੰਜਾਬ 'ਚ ਸਿੱਧੀ, ਤੇ ਸਾਰਾ ਪੰਜਾਬ ਜਾਣਦਾ ਆ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਆ। ਇਹ ਤਾਂ ਤੁਸੀਂ ਅੱਜ ਦੇਖੋ ਨਾ, ਅਫਸਰਾਂ ਨੂੰ ਸੱਦ ਕੇ ਉੱਥੇ ਤੁਸੀਂ ਮੀਟਿੰਗ ਲੈ ਰਹੇ ਜੀ, ਕਿਸ ਹੈਸੀਅਤ 'ਚ ਬਈ? ਤੁਸੀਂ ਤਾਂ ਕੋਈ ਸੀਐਮ ਨਹੀਂ ਪੰਜਾਬ ਦੇ। ਜੇ ਤੁਸੀਂ ਕੋਈ ਗੱਲ ਕਰਨੀ ਆ, ਤੁਸੀਂ ਇੱਥੇ ਸੀਐਮ ਭਗਵੰਤ ਮਾਨ ਹੋਣੀ ਬੈਠਣ, ਉਹਨਾਂ ਨਾਲ ਗੱਲ ਕਰੋ, ਕੋਈ ਸਲਾਹ ਦੇਣੀ ਭਗਵੰਤ ਮਾਨ ਉਹਨਾਂ ਨੂੰ ਦਿਓ। ਤੁਸੀਂ ਸੀਐਮ ਸਾਡੇ ਅਫਸਰਾਂ ਦੀ ਕਿਵੇਂ ਸਿੱਧੀ ਮੀਟਿੰਗ ਲੈ ਸਕਦੇ ਜੀ? ਅੱਛਾ, ਇਸ 'ਤੇ ਵੀ ਸਪਸ਼ਟੀਕਰਨ ਦੇ ਰਹੇ ਨੇ, ਕਹਿੰਦੇ ਕਿ ਜਿਹੜੀ ਹੈ ਇਹ ਮੀਟਿੰਗ ਨੂੰ ਪੋਜ਼ਿਟਿਵ ਵੇ ਦੇ ਨਾਲ ਲਿੱਤਾ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਬਿਜਲੀ ਮੁਫਤ ਦੇਣੀ ਹੈ। ਜਦੋਂ ਤੁਸੀਂ ਆ ਕੇ ਇੱਥੇ ਗੱਲਾਂ ਕਰਦੇ ਹੋ, ਸਾਰੀਆਂ ਪੋਜ਼ਿਟਿਵ ਵੇ ਨਾਲ ਲਈਆਂ ਸੀ। ਅਸੀਂ ਬਿਜਲੀ ਮੁਫਤ ਦਿੱਤੀ ਸੀ, ਕਦੇ ਦੱਸਿਆ ਹੀ ਪੋਜ਼ਿਟਿਵ ਵੇ ਨਾਲ ਬਿਜਲੀ ਚੰਨੀ ਹੋਣਾ ਜੀ ਫ੍ਰੀ ਦੇਤੀ ਹੈ ਜੀ ਉਹਨਾਂ ਨੇ, 7 ਜਿਹੜੇ ਕਿਲੋਵਾਟ ਦੇ ਯੂਨਿਟ ਮਾਫ ਕੀਤੇ, ਉਹ ਠੀਕ ਕੀਤਾ, ਕਿਹਾ ਸੀ ਕਦੀ? ਲੋਕਾਂ ਨੂੰ ਭੜਕਾਉਂਦੇ ਰਹੇ ਜੀ, ਅੱਜ ਉਹੀ ਗੱਲਾਂ ਤੁਹਾਡੇ ਅੱਗੇ ਆਈਆਂ ਨੇ। ਜਿਹੜੀਆਂ ਗੱਲਾਂ ਦੇ ਤੁਸੀਂ ਲੋਕਾਂ ਨੂੰ ਗਲਤ ਭੜਕਾਇਆ, ਅੱਜ ਉਹੀ ਚੀਜ਼ਾਂ ਤੁਹਾਡੇ ਅੱਗੇ ਨੇ, ਕਿਉਂਕਿ ਤੁਸੀਂ ਗਲਤ ਕਰ ਰਹੇ ਜੀ। ਤੁਸੀਂ ਅੱਜ ਮਾਨ ਸਾਹਿਬ ਕਹਿ ਰਹੇ ਆ ਕਿ ਤੁਸੀਂ ਮੈਨੂੰ 2 ਮਹੀਨੇ ਟਾਈਮ ਦਿਓ, ਤੇ ਮਾਨ ਸਾਹਿਬ ਉਦੋਂ ਤੇ ਕਹਿੰਦੇ ਆਪਾਂ 1 ਦਿਨ 'ਚ ਠੀਕ ਕਰ ਦੇਣਾ ਪੰਜਾਬ। ਇਹ ਤੁਸੀਂ ਲੋਕਾਂ ਨੂੰ ਦੱਸਿਆ ਸੀ। ਲੋਕ ਤਾਂ ਕਹਿੰਦੇ ਸ਼ਾਇਦ ਟਾਈਮ ਲੱਗੂਗਾ, ਤੁਸੀਂ ਕਹਿੰਦੇ ਹੋ 1 ਦਿਨ 'ਚ ਬਰਗਾੜੀ ਦਾ। केजरीवाल साहब ने क्या 24 घंटे में बरगाड़ी के दोषियों को अंदर दे देंगे। ਅੱਜ ਕਿੰਨੇ ਦਿਨ ਹੋ ਗਏ ਆ ਜੀ? ਇਹ ਅਸੀਂ ਤਾਂ ਨਹੀਂ ਕਿਹਾ, ਲੋਕੀ ਜਵਾਬ ਤੁਹਾਡੇ ਕੋਲ ਮੰਗਦੇ ਆ। ਤੁਸੀਂ ਕਿਹਾ 10 ਦਿਨਾਂ 'ਚ ਭ੍ਰਿਸ਼ਟਾਚਾਰ ਮੁਕਤ ਕਰ ਦਿਆਂਗੇ। ਅੱਜ ਪਤਾ ਕਰਾ ਲਓ ਰੇਤਾ ਕੀ ਭਾਅ ਹੋ ਗਈ ਆ, 1500-1800 ਰੁਪਏ ਹੋ ਗਈ ਆ ਉੱਥੇ ਮੌਕੇ ਤੇ, ਜਿਹੜੀ 550 ਰੁਪਏ ਕਾਂਗਰਸ ਵੇਲੇ ਸੀ ਸੈਂਕੜਾ, ਅੱਜ ਹੋ ਗਈ ਆ ਨਾ। ਕਿੱਥੇ ਚਲੇ ਗਿਆ? ਤੁਸੀਂ ਕਹਿੰਦੇ 10,000 ਕਰੋੜ ਇੱਧਰੋਂ ਲੈਣਾ, 20,000 ਕਰੋੜ ਇੱਧਰੋਂ ਲੈਣਾ। ਅਸੀਂ ਖਜ਼ਾਨਾ ਖਾਲੀ ਹੈ ਹੀ ਨਹੀਂਗਾ, ਖਜ਼ਾਨਾ ਤਾਂ ਬਹੁਤ ਹੈ। ਤੇ ਆਪਾਂ ਤਾਂ ਦੂਜੇ ਦਿਨ ਮੋਦੀ ਕੋਲ ਚਲੇ ਗਏ, ਆਪਾਂ ਤਾਂ 1 ਦਿਨ ਵੀ ਨਹੀਂ ਪੈਣ ਦਿੱਤਾ, ਉਹਨੂੰ ਕਿਹਾ ਲਿਆ ਯਾਰ ਹੁਣ 50,000 ਦੇ। ਸੋ ਇਹ ਸਾਰੀਆਂ ਗੱਲਾਂ ਤੁਸੀਂ ਲੋਕਾਂ ਨੂੰ ਦੱਸੀਆਂ ਨੇ, ਜਿਹੜੀਆਂ ਲੋਕੀ ਤੁਹਾਡੇ ਕੋਲ ਪੁੱਛ ਰਹੇ ਨੇ। ਹੁਣ ਜਵਾਬ ਤਾਂ ਤੁਹਾਨੂੰ ਦੇਣੇ ਪੈਣਗੇ। ਸਵੇਰ ਤੋਂ ਹੀ ਨਾ ਜਦੋਂ ਇਹ ਮੀਟਿੰਗ ਵਾਲੀ ਗੱਲ ਜ਼ਿਕਰ ਹੁੰਦਾ ਤੇ ਲਗਾਤਾਰ ਵਿਰੋਧੀ ਪਾਰਟੀਆਂ ਜਿਹੜੀਆਂ, ਤੁਸੀਂ ਕਾਂਗਰਸ ਤੋਂ, ਕਾਂਗਰਸ ਪਾਰਟੀ ਲਗਾਤਾਰ ਘੇਰ ਰਹੀ ਹੈ, ਆਮ ਅਕਾਲੀ ਦਲ ਲਗਾਤਾਰ ਘੇਰ ਰਹੀ ਹੈ। ਲੇਕਿਨ ਹੁਣ ਰਾਘਵ ਚੱਦਰ ਦਾ ਇੱਕ ਟਵੀਟ ਆਉਂਦਾ ਜਿਸ ਦੇ ਵਿੱਚ ਕਹਿੰਦੇ ਨੇ ਕਿ ਸੀਐਮ ਜਿਹੜੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਜੋੜੀ ਜਿਹੜੀ ਨੰਬਰ 1 ਹੈ, ਤੇ ਜਿਹੜੇ ਨੇ ਵਿਰੋਧੀਆਂ ਨੂੰ ਜਿਹੜੀ ਪਚ ਨਹੀਂ ਰਹੀ ਇਹ ਜੋੜੀ ਜਿਹੜੀ ਹੈ, ਕਿਉਂਕਿ ਜਿਹੜੀ ਕਮਾਲ ਕਰ ਰਹੀ ਹੈ। ਤੁਸੀਂ ਭਗਵੰਤ ਮਾਨ ਇਕੱਲੇ ਨੂੰ ਕਹੋ ਨਾ ਨੰਬਰ 1 ਹੈ, ਕੇਜਰੀਵਾਲ ਕਿਉਂ ਨੰਬਰ 1 ਹੈ ਪੰਜਾਬ ਵਾਸਤੇ? ਭਗਵੰਤ ਮਾਨ ਜੋੜੀ ਕਿਉਂ ਕਹਿੰਦੇ ਨੇ? ਜੋੜੀ ਤਾਂ ਕਹਿੰਦੇ ਆ ਵੀ ਇਹ ਰਲ ਕੇ ਕੰਮ ਕਰਨਗੇ ਤੁਹਾਡਾ ਪੰਜਾਬ ਦਾ। ਨਾਲੇ ਕਹਿੰਦੇ ਬੁਰੀ ਨਜ਼ਰ ਵਾਲਾ ਤੇਰਾ ਮੂੰਹ ਕਾਲਾ, ਜੇਕਰ ਇਸ ਦੇ ਉੱਪਰ ਤੁਸੀਂ ਕੋਈ ਕਮੈਂਟ ਕਰਦੇ ਹੋ। ਚਲੋ ਗੱਲ ਇਹ ਹੈ, ਉਹਦੀ ਤੇ ਜਿੰਨੀ ਕੁ ਸੋਚ ਉਹਨੇ ਉਨੀ ਗੱਲ ਹੀ ਕਰਨੀ ਹੈ ਨਾ। ਹੁਣ ਨਜ਼ਰਾਂ ਤੇ ਤੁਸੀਂ ਲੋਕਾਂ ਨੂੰ ਇੱਧਰ ਨੂੰ ਕੀਤੀਆਂ, ਕਿਸੇ ਨੇ ਤੇ ਕੀਤੀਆਂ ਨਹੀਂ। ਤੁਸੀਂ ਕਿਹਾ ਸੀ ਆਹ ਕੁਝ ਕਰਾਂਗੇ, ਤੁਸੀਂ ਪੰਜਾਬ ਦੀ ਗੱਲ ਕਰਦੇ ਹੋ। ਤੁਸੀਂ ਬੀਬੀ ਖਾਲੜਾ ਜੀ ਨੇ ਤੁਸੀਂ ਕਿਹਾ ਸੀ ਅਸੀਂ ਰਾਜ ਸਭਾ ਮੈਂਬਰ ਹੋਣੀ ਚਾਹੀਦੀ, ਅਸੀਂ ਤਾਂ ਨਹੀਂ ਕਿਹਾ। ਤੇ ਮੁੱਕਰੇ ਤੇ ਤੁਸੀਂ ਯਾਰ ਗੱਲ ਤੋਂ। ਬੁਰੀ ਨਜ਼ਰ ਕਿਸ ਗੱਲ ਦੀ? ਨਜ਼ਰਾਂ ਸਾਡੀਆਂ ਬਹੁਤ ਵਧੀਆ ਨੇ,
ਪਰ ਬੁਰੇ ਨੂੰ ਜ਼ਰੂਰ ਪਛਾਣਦੀਆਂ ਨੇ। ਇਹ ਗੱਲ ਦਾ ਤੁਸੀਂ ਖਿਆਲ ਰੱਖੋ। ਤੁਸੀਂ ਬੁਰੀ ਕਰ ਰਹੇ ਜੇ, ਤੁਹਾਨੂੰ ਪੰਜਾਬ ਦੀਆਂ ਨਜ਼ਰਾਂ ਬਹੁਤ ਚੰਗੀਆਂ ਨੇ, ਬੜੇ ਵਧੀਆ ਲੋਕ ਨੇ, ਔਰ ਬੁਰੇ ਲੋਕ ਨੂੰ ਜ਼ਰੂਰ ਪਛਾਣਦੇ ਆ। ਸੋ ਸਾਡਾ ਕਿਸੇ ਪੰਜਾਬੀ ਦਾ ਮੂੰਹ ਕਾਲਾ ਨਾ ਕਰੋ, ਬਟ ਗੱਲ ਇਹ ਹੈ ਕਿ ਤੁਹਾਡਾ ਰਾਘਵ ਜੀ ਤੁਹਾਨੂੰ ਪਛਾਣ ਲਿਆ ਪੰਜਾਬ ਨੇ, ਇਹ ਗੱਲ ਬੜੀ ਕਲੀਅਰ ਹੈ। ਕਾਂਗਰਸ ਘੇਰੂਗੀ ਇਸ ਚੀਜ਼ ਨੂੰ ਲੈ ਕੇ ਜਦੋਂ ਮੀਟਿੰਗ ਅਫਸਰਾਂ ਜਿਹੜੇ ਹੈ ਡਾਇਰੈਕਟਲੀ ਅਫਸਰ ਜਿਹੜੇ ਨੇ ਦਿੱਲੀ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਰਹੇ ਨੇ, ਮੀਟਿੰਗ ਕਰ ਰਹੇ ਨੇ, ਇਹਨੂੰ ਲੈ ਕੇ ਕਾਂਗਰਸ ਕੋਈ ਸਟੈਂਡ ਲਊਗੀ ਜਾਂ ਹੋਰ ਪਾਰਟੀਆਂ ਨੂੰ ਕਹੂਗੀ ਕਿ ਸਾਡੇ ਨਾਲ ਮਿਲ ਕੇ ਜਿਹੜਾ ਸਟੈਂਡ ਲਿੱਤਾ ਜਾਵੇ ਇਸ ਚੀਜ਼ ਨੂੰ ਲੈ ਕੇ? ਬਿਲਕੁਲ ਇਹ ਤੇ ਬੰਦ ਹੋਣਾ ਚਾਹੀਦਾ। ਇਹ ਤੇ ਸੀਐਮਓ ਦਫ਼ਤਰ ਨੂੰ ਜਾਂ ਭਗਵੰਤ ਮਾਨ ਜੀ ਨੂੰ ਸਪਸ਼ਟੀਕਰਨ ਕਰਨਾ ਚਾਹੀਦਾ ਵੀ ਤੁਹਾਨੂੰ ਪੁੱਛ ਕੇ ਗਏ ਆ, ਜੇ ਗਏ ਤੇ ਕਿਉਂ ਭੇਜੇ, ਪੰਜਾਬ 'ਚ ਮੀਟਿੰਗ ਕਿਉਂ ਨਹੀਂ ਹੋਈ, ਤੇ ਜੇ ਨਹੀਂ ਪੁੱਛ ਕੇ ਗਏ ਤਾਂ ਫਿਰ ਕੀ ਕਾਰਵਾਈ ਕਰਦੇ ਜੇ? ਇਹ ਤੇ ਸਪਸ਼ਟ ਕਰਨਾ ਹੀ ਪਏਗਾ ਆਪਾਂ ਨੂੰ। ਇਹਨੂੰ ਘੇਰੂਗੀ ਪੰਜਾਬ ਘੇਰ ਰਿਹਾ ਵਾ, ਇਹਨੂੰ ਘੇਰੋਗੇ ਕੀ? ਗੁਰਜੀਤ ਔਜਲਾ ਕੀ ਇਹ ਸਾਰਾ ਪੰਜਾਬ ਪੁੱਛ ਰਿਹਾ? ਭਾਈ ਅਸੀਂ ਆਪਣੀ ਗੱਲ ਕਰਦੇ ਹਾਂ, ਅਸੀਂ ਪੰਜਾਬੀਅਤ ਦੀ ਗੱਲ ਕਰਦੇ ਹਾਂ, ਪੰਜਾਬ ਨੂੰ ਜਿਹੜਾ ਸਮਝਣ ਵਾਲਾ ਬੰਦਾ ਉਹਦੀ ਗੱਲ ਕਰਦੇ ਹਾਂ। ਤੁਸੀਂ ਦਿੱਲੀ ਤੋਂ ਬਹਿ ਕੇ ਰਿਮੋਟ ਦਾ ਪੰਜਾਬ ਥੋੜ੍ਹਾ ਚਲਾ ਲੋਗੇ। ਹੁਣ ਹਰਿਆਣੇ ਚੰਡੀਗੜ੍ਹ ਦਾ ਮਸਲਾ ਆ, ਕੇਜਰੀਵਾਲ ਸਾਹਿਬ ਦਾ ਬਿਆਨ ਆਇਆ ਕੋਈ ਕਿ ਪੰਜਾਬ ਨੂੰ ਚੰਡੀਗੜ੍ਹ ਮਿਲਣਾ ਚਾਹੀਦਾ? ਕੋਈ ਬਿਆਨ ਨਹੀਂ ਆਇਆ। ਭਾਖੜਾ ਬਿਆਸ ਮੈਨੇਜਮੈਂਟ ਦਾ ਮਸਲਾ ਹੋਇਆ, ਕਿਤੇ ਬਿਆਨ ਬੋਲੇ? ਕਦੀ ਨਹੀਂ ਬੋਲਣਾ। SYL ਦੇ ਮੁੱਦੇ ਤੇ ਕੇਜਰੀਵਾਲ ਸਾਹਿਬ ਕੁਝ ਕਹਿਣਗੇ? ਅੱਛਾ, ਇਸ ਮੁੱਦੇ ਤੇ ਭਗਵੰਤ ਮਾਨ ਨੇ ਲਗਾਤਾਰ ਨੈਕਸਟ ਡੇ ਹੀ ਜਿਹੜਾ ਸੈਸ਼ਨ ਸੱਦ ਲਿਆ, ਉਹਨੂੰ ਮੰਨਦੇ ਹੋ ਕਿ ਤੇਜ਼ੀ ਸੀ? ਭਗਵੰਤ ਮਾਨ ਜੀ ਨੇ ਸੈਸ਼ਨ ਛੱਡ ਲਿਆ, ਜਿਹਨੂੰ ਸੁਪਰੀਮੋ ਨੂੰ ਕਹਿ ਰਹੇ ਆ ਪੰਜਾਬ ਚਲਾਊਗਾ, ਅਫਸਰ ਉਹਦੇ ਕੋਲ ਗਾਈਡਲਾਈਨ ਲੈ ਰਹੇ ਆ, ਉਹਨਾਂ ਨੇ ਸਾਡੇ ਤੇ MP ਲਾਏ ਆ, ਉਹਨਾਂ ਦਾ ਸਟੈਂਡ ਕੀ ਇਹਦੇ ਪ੍ਰਤੀ? ਜਿਹੜੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ, ਉਹਨਾਂ ਦਾ ਕੀ ਸਟੈਂਡ ਹੈ ਇਹਦੇ ਪ੍ਰਤੀ? ਕੀ ਉਹ ਦੱਸ ਸਕਦੇ ਨੇ ਪੰਜਾਬ ਨੂੰ ਵੀ SYL ਦੇ ਮੁੱਦੇ ਤੇ ਕੀ ਕਰੋਗੇ? ਜਿਹੜੇ ਉਹਨਾਂ ਨੇ ਪੰਜਾਬ ਤੋਂ ਇਲਾਕੇ ਮੰਗੇ ਆ, ਕੀ ਕੇਜਰੀਵਾਲ ਸਾਹਿਬ ਉਹ ਕੀ ਉਹਦੇ ਬਾਰੇ ਤੁਹਾਡਾ ਕੀ ਸਟੈਂਡ ਹੈ? ਦੱਸੋਗੇ ਪੰਜਾਬ ਨੂੰ? ਇਹ ਤੁਹਾਨੂੰ ਪਤਾ ਆ ਕਿ ਅਫਸਰਾਂ ਦੀ ਮੀਟਿੰਗ ਸੱਦਣੀ ਹੈ ਮੈਂ, ਤੇ ਇਹਦੇ ਬਾਰੇ ਸਟੈਂਡ ਵੀ ਤੇ ਕੇਜਰੀਵਾਲ ਸਾਹਿਬ ਤੁਹਾਨੂੰ ਦੇਣਾ ਪੈਣਾ, ਦੱਸਣਾ ਪੈਣਾ ਪੰਜਾਬ ਨੂੰ। ਅੱਛਾ, ਤੁਸੀਂ ਕਹਿੰਦੇ ਕੱਟੜ ਇਮਾਨਦਾਰ ਦੀ ਗੱਲ ਕਰਦੇ, ਕੱਟੜ ਇਮਾਨਦਾਰ, ਤੇ ਕੇਜਰੀਵਾਲ ਸਾਹਿਬ ਥੱਲੇ ਉੱਤਰੋ, ਦੇਖੋ ਇਮਾਨਦਾਰੀ ਕਿੰਨੀ ਹੈ ਇੱਥੇ। ਕੱਟੜ ਇਮਾਨਦਾਰੀ ਦੇਖੇ ਤੁਹਾਨੂੰ ਪਤਾ ਲੱਗੇ। ਤੁਸੀਂ ਆਪਣੇ ਬੰਦਿਆਂ ਦੀ ਫੀਡਬੈਕ ਤੇ ਮੰਗਾ ਕੇ ਵੇਖੋ। ਕੰਮਾਂ ਨੂੰ ਕਿੱਦਾਂ ਵੇਖਦੇ ਹੋ? ਸਰਕਾਰ ਦੇ ਕੰਮਾਂ ਨੂੰ ਲੈ ਕੇ ਕਿਤੇ ਨਾ ਕਿਤੇ ਕੁੰਵਰ ਵਿਜੇ ਪ੍ਰਤਾਪ ਨੇ ਵੀ ਸਵਾਲ ਚੱਕਦੇ ਕਿ ਜਿਹੜੇ IG ਲਾਏ, ਜਿਹੜੇ ਕਮਿਸ਼ਨਰ ਪਟਿਆਲੇ ਦੇ ਅੰਮ੍ਰਿਤਸਰ ਦੇ ਲਗਾਏ ਗਏ ਨੇ, ਉਹਨੂੰ ਲੈ ਕੇ ਵੀ ਸਵਾਲ ਚੱਕਦੇ ਕਿ ਇਹ ਨਹੀਂ ਲਾਣੇ ਚਾਹੀਦੇ ਸੀ। ਇਹਨਾਂ ਨੇ ਵੀ ਇਨਵੈਸਟੀਗੇਸ਼ਨ ਤੇ ਕਿਤੇ ਨਾ ਕਿਤੇ ਰੋਕ ਲਾਈ ਸੀ ਜਾਂ ਇਨਵੈਸਟੀਗੇਸ਼ਨ ਤੇ ਪੂਰਾ ਸਾਥ ਨਹੀਂ ਦਿੱਤਾ ਸੀ। ਮਤਲਬ ਸਵਾਲ ਜਿਹੜੇ ਹੁਣ ਤੋਂ ਸ਼ੁਰੂ ਹੋ ਗਏ ਨੇ। ਇਹ ਸਵਾਲ ਉਦੋਂ ਅਖਬਾਰਾਂ 'ਚ ਆਉਂਦੇ ਆ ਜਦੋਂ ਬੰਦੇ ਦੀ ਗੱਲ ਨਹੀਂ ਸੁਣੀ ਜਾਂਦੀ। ਇਹਦਾ ਮਤਲਬ ਉਹਦੀ ਗੱਲ ਨਹੀਂ ਸੁਣੀ ਗਈ ਕੁੰਵਰ ਵਿਜੇ ਪ੍ਰਤਾਪ ਦੀ, ਤੇ ਬਾਹਰ ਆ ਗਏ ਨਾ। ਉੱਥੇ ਡਿਕਟੇਟਰਸ਼ਿਪ ਹੈ। ਕੇਜਰੀਵਾਲ ਸਾਹਿਬ ਕਿਸੇ ਨੂੰ ਬੋਲਣ ਨਹੀਂ ਦੇਣਗੇ। ਅੱਜ ਇੱਕ ਡਿਕਟੇਟਰਸ਼ਿਪ ਦਾ ਤੁਸੀਂ ਜਿਹੜਾ ਬਲੂਪ੍ਰਿੰਟ ਦੇਖ ਹੀ ਲਿਆ ਨਾ ਕਿ ਅੱਜ ਉਹਨਾਂ ਨੇ ਉੱਥੇ ਸੱਦ ਕੇ ਤੇ ਅਫਸਰਾਂ ਦੀ ਮੀਟਿੰਗ ਲਈ। ਡਿਕਟੇਟਰਸ਼ਿਪ ਹੈ। ਪੰਜਾਬ ਤਾਨਾਸ਼ਾਹੀ ਨਾਲ ਲੜਾਈ ਸ਼ੁਰੂ ਤੋਂ ਮੁਗਲਾਂ ਨਾਲ ਲੜਦਾ ਆਇਆ। ਇਹ ਜਿਹੜੇ ਨਵੇਂ ਮੁਗਲ ਬਹਿ ਗਏ ਨਾ ਸਾਡੇ ਉੱਤੇ ਆ ਕੇ, ਇਹਨਾਂ ਨਾਲ ਲੜਾਈ ਵਾਲੇ ਤੇ ਹੋਰ ਕੀ ਹੈ? ਅਸੀਂ ਕਿੰਨੀਆਂ ਹੀ ਧਾੜਵੀਆਂ ਨਾਲ ਲੜਾਈਆਂ ਲੜਦੇ ਰਹੇ ਹਾਂ। ਇਹ ਸਾਨੂੰ ਡਿਕਟੇਟ ਕਰਨਗੇ ਆ ਕੇ ਪੰਜਾਬ ਨੂੰ? ਵੇਖੋ ਮੈਂ ਮਾਨ ਸਾਹਿਬ ਮਤਲਬ ਮੇਰੇ ਮਿੱਤਰ ਨੇ, ਅਸੀਂ ਕਲੀਗ ਰਹੇ ਹਾਂ, ਉਹਨਾਂ ਨੂੰ ਮੌਕਾ ਦੇ ਦਿਓ ਕੰਮ ਕਰਨ ਦਾ। ਕੇਜਰੀਵਾਲ ਸਾਹਿਬ ਤੁਸੀਂ ਤਾਂ ਯਕੀਨ ਹੀ ਨਹੀਂ ਕਰ ਰਹੇ। ਤੁਸੀਂ ਉਹਨੂੰ ਮੌਕਾ ਦੇ ਦਿਓ ਪੰਜਾਬ ਲਈ ਕੰਮ ਕਰਨ ਦਾ। ਉਹਦਾ ਚੰਗਾ ਕੰਮ ਕਰਦੇ ਤੁਹਾਡੇ ਤੋਂ ਵੀ। ਇਹ ਕੋਈ ਜ਼ਿਆਦਾ ਥੋੜ੍ਹਾ ਕਿ ਤੁਸੀਂ ਸਭ ਕੁਝ ਚੰਗਾ ਕਰ ਸਕਦੇ ਜੀ, ਉਹ ਵੀ ਚੰਗਾ ਕਰ ਸਕਦਾ। ਤੁਸੀਂ ਮੌਕਾ ਦੇ ਦਿਓ ਉਹਨੂੰ। ਪੰਜਾਬੀ ਹੈ। ਤੁਸੀਂ ਤਾਂ 20 ਦਿਨ ਨਹੀਂ ਦਿੱਤੇ ਤੇ ਤੁਸੀਂ ਅਫਸਰ ਵੀ ਸਿੱਧੇ ਸੱਦਣੇ ਸ਼ੁਰੂ ਕਰਤੇ। ਬੰਗਲੋ ਲਾਰਡ ਤੁਹਾਡੇ ਸਿੱਧਾ ਰਾਘਵ ਚੱਡਾ ਬਹਿ ਕੇ ਕਰ ਰਿਹਾ ਫੈਸਲੇ। ਜਿਹੜੇ ਤੁਸੀਂ ਉਹ ਕੋਈ ਫੈਸਲਾ ਕਰਦੇ ਤੇ ਭਗਵੰਤ ਮਾਨ ਜੀ ਇੱਦਾਂ ਬੈਠੇ ਹੁੰਦੇ ਆ, ਤੇ ਮਗਰ ਕੇਜਰੀਵਾਲ ਸਕਰੀਨ ਤੋਂ, ਜਿਵੇਂ ਉਹਨਾਂ ਦੇ ਹੇਠਾਂ ਬੈਠੇ ਸਕਰੀਨ ਤੋਂ ਕੇਜਰੀਵਾਲ ਸਾਹਿਬ MLA ਨੂੰ ਵੀ ਦਬਕੇ ਮਾਰ ਰਹੇ ਹੁੰਦੇ ਆ ਤੇ ਐਲਾਨ ਵੀ ਕਰ ਰਹੇ ਹੁੰਦੇ ਆ। ਸੋ ਇਹ ਸਾਰੀਆਂ ਚੀਜ਼ਾਂ 'ਚ ਬੜਾ ਫਰਕ ਹੈ। ਪੰਜਾਬ ਨੂੰ ਤੁਸੀਂ ਦੂਜਿਆਂ ਸੂਬਿਆਂ ਨਾਲ ਰਲਾ ਕੇ ਨਹੀਂ ਦੇਖ ਸਕਦੇ। ਪੰਜਾਬ ਦੀ ਧਰਾਤਲ ਸਥਿਤੀ ਦਾ ਕੁਝ ਹੋਰ ਹੈ। ਪੰਜਾਬ ਨੇ ਬਹੁਤ ਜੰਗਾਂ ਲੜੀਆਂ, ਬਹੁਤ ਸੰਤਾਪ ਪਿੰਡੇ ਤੇ ਹੰਢਾਏ ਨੇ, ਔਰ ਪੰਜਾਬੀ ਵਧਿਆ ਰਾਜ ਭਾਗ ਕਰਨਾ ਜਾਣਦੇ ਨੇ। ਤੁਸੀਂ ਸਿਖਾਓ ਨਾ ਇਹਨਾਂ ਨੂੰ। ਤਾਂ ਬਿਲਕੁਲ ਪੰਜਾਬ ਦੇ ਲੋਕ ਔਰ ਪੰਜਾਬ ਦੇ ਉਹ ਰਾਜਨੀਤਿਕ ਲੋਕ ਜਿਹੜੇ ਨੇ ਸਵਾਲ ਚੱਕ ਰਹੇ ਨੇ ਕਿ ਜਿਹੜੀ ਸਰਕਾਰ ਹੈ ਉਹ ਪੰਜਾਬ ਤੋਂ ਚੱਲਣੀ ਚਾਹੀਦੀ ਹੈ, ਬਲਕਿ ਦਿੱਲੀ ਵਾਲਿਆਂ ਨੂੰ ਦਖਲਅੰਦਾਜ਼ੀ ਜਿਹੜੀ ਉਹ ਪੰਜਾਬ 'ਚ ਨਹੀਂ ਦੇਣੀ ਚਾਹੀਦੀ। ਕੈਮਰਾਮੈਨ ਮਲਕੀਤ ਸਿੰਘ ਦੇ ਨਾਲ ਦਮਪ੍ਰੀਤ ਸਿੰਘ, ਔਨ 에ਅਰ, ਅੰਮ੍ਰਿਤਸਰ।